सतनाम श्री वाहिगुरु साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। फिरत फिरत प्रभ आया करया तो सरनाए। नानक की प्रभ बेनती अपनी भगति लाए। चारे कुंडा भाल कै आए पया सरनाए। नानक सच्चे पातशाह डुबदा लया कढ़ाए। बेशुमार अथाह अगनत अतुलै ज्यों बुलावह त्यों नानक दास बोलै। परम सन्मानयोग सत्कारयोग गुरु प्यारी गुरु सवारी साध संगत जी, आप सारे वडभागी हो जो सतगुरु गरीब नवाज सच्चे पातशाह जी दी मेरे नाल साहिबे कमाल साहिब श्री गुरु गोबिंद सिंह जी महाराज सच्चे पातशाह जी की पावन बाणी श्री जाप साहिब, जिस बाणी का जाप पाठ करन नाल महान बख्शिश वरतदी है। साडे ते सतगुरु जी ने कृपा कीती है। श्री जाप साहिब जी की लड़ीवार कथा चल रही है। कल सतगुरु की मेहर नाल 62 वाहिगुरू 61 नंबर पौड़ी तक विचार हुई सी। अज सतगुरु जी कृपा करते हैं 62 नंबर पौड़ी नाले अगला छंद आरंभ करते ने। आओ विचारिए। तेरा जोर चाचरी छंद। तेरा जोर चाचरी छंद। महाराज कहते वाहिगुरु परमेश्वर दा बाल कथन करते ने चाचरी छंद द्वारा। चाचरी छंद हुंदा जिवें बिजली दी आकाशी बिजली दी चाल वाला छंद। इस छंद विच वाहिगुरु परमेश्वर दा बल कथन करते हैं। इउं करो तेरा जोर चाचरी छंद। वाहिगुरू तेरे दिते हुए बल जोर नाल असीं चाचरी छंद उचारण करते हाँ। जले हैं हे वाहिगुरू परमेश्वर, तुसीं जल विच भी हो। वो संसार विच ओहदी बनाई हुई सृष्टि विच कण कण विच विराजमान हो रहा है। जल विच भी है तू परमात्मा, जल विच भी है। और जल विच जिहड़े जीव जंत रह रहे हैं, मच्छियां होर चीज़ां आदਿਕ 42 लख जी जल में रहते। 42 लख जून जल विच है। वो सारियां विच एक एक विच वाहिगुरू परमेश्वर तेरी जोत है। जां जले हैं भाव जिहड़े जल वांगू हो जाते ने। सुभाਅ जल की तरह हो जाता है। जल की तरह अवस्था एक जिवें जल किसी के उपर पवे, पशु ते पवे, पंछी ते पवे, किसी मनुख ते पवे, किसी जाति वाले ते पवे, वड्डे ते पवे, छोटे ते पवे, ब्राह्मण ते पवे, छूत ते पवे, वैस ते पवे,
ਕਿਸੇ ਵਰਨ ਆਸ਼ਰਮ ਦੇ ਤੇ ਪਏ ਉਹਨੂੰ ਸੀਤਲਤਾ ਦਿੰਦਾ ਹਰੇਕ ਨੂੰ। ਉਹ ਭਾਵ ਉਹਦੇ ਵਿੱਚ ਭਿੰਨਤਾ ਨਹੀਂ, ਦਵੈਸ਼ ਨਹੀਂ। ਇੱਦਾਂ ਪਰਮਾਤਮਾ ਵਿੱਚ ਵੀ ਉਹਦੀ ਨਜ਼ਰ ਵਿੱਚ ਦਵੈਸ਼ ਨਹੀਂ ਹੈ, ਉਹ ਸਾਰਿਆਂ 'ਤੇ ਹੀ ਕਿਰਪਾ ਕਰਦਾ ਹੈ। ਉਹ ਪੰਜਾਬੀ ਨੂੰ ਵੀ ਉਹਨੇ ਉਹੋ ਜਿਹਾ ਸਰੀਰ ਦਿੱਤਾ ਹੈ ਔਰ ਸੁਭਾਅ ਦਿੱਤੇ ਨੇ। ਚੈਨੀ ਹੈ ਉਹਨੂੰ ਵੀ, ਕਨੇਡੀਅਨ ਉਹਨੂੰ ਵੀ, ਅਮਰੀਕਨਾਂ ਨੂੰ ਵੀ, ਸਾਰਿਆਂ ਨੂੰ ਕਿਸੇ ਦੇਸ਼ ਦੇ ਨੇ, ਕਿਸੇ ਵਰਨ ਦੇ ਨੇ, ਕਿਸੇ ਆਸ਼ਰਮ ਦੇ ਨੇ। ਜਲ ਦੀ ਤਰ੍ਹਾਂ ਸਾਰਿਆਂ ਨੂੰ ਹੀ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੋਈ। ਔਰ ਜਿਹੜੇ ਜਲੇ ਹੈ ਭਾਵ ਜਲ ਦੀ ਤਰ੍ਹਾਂ ਮਹਾਤਮਾ ਮਹਾਂਪੁਰਖ ਹਨ, ਉਹ ਸਾਰਿਆਂ ਨੂੰ ਹੀ ਪ੍ਰੇਮ ਕਰਦੇ ਨੇ, ਪਿਆਰ ਕਰਦੇ ਨੇ। ਜਲ ਨੀਵੇਂ ਥਾਂ ਨੂੰ ਜਾਂਦਾ ਭੱਜ ਕੇ, ਇਸੇ ਤਰ੍ਹਾਂ ਉਹਨਾਂ ਵਿੱਚ ਨਿਮਰਤਾ ਬਹੁਤ ਹੈ, ਜਿਹੜੇ ਜਲ ਦੀ ਤਰ੍ਹਾਂ ਹੋ ਜਾਂਦੇ ਹਨ। ਅਸੀਂ ਜਲੇ ਹੈ ਮਹਾਰਾਜ, ਤੁਸੀਂ ਜਲੇ ਹੁੰਦਾ ਜਿਵੇਂ ਅੱਗ ਹੁੰਦੀ ਹੈ, ਅੱਗ ਵੀ ਹਰੇਕ ਨੂੰ ਸਾੜਦੀ ਹੈ। ਰੱਬ ਦੇ ਪਿਆਰਿਆਂ ਦੀ ਨਜ਼ਰ ਵੀ ਹਰੇਕ ਦੇ ਪਾਪਾਂ ਨੂੰ ਸਾੜਨ ਦੀ ਸਮਰੱਥਾ ਰੱਖਦੀ ਹੈ। ਇੱਦਾਂ ਕਈ ਕਈ ਅਰਥ ਰੱਬ ਦੇ ਪਿਆਰੇ ਕਰ ਲੈਂਦੇ ਹਨ। ਅਸਲ ਵਿੱਚ ਮੇਨ ਅਰਥ ਹੈ ਜਲੇ ਹੈ ਪ੍ਰਭੂ ਤੂੰ ਜਲ ਵਿੱਚ ਵੀ ਹੈ, ਥੱਲੇ ਹੈ, ਥਲ ਵਿੱਚ ਸੁੱਕੇ ਥਾਂ ਵੀ ਵਾਹਿਗੁਰੂ ਪਰਮੇਸ਼ਰ ਦੀ ਤੁਸੀਂ ਹੋ ਸਾਰਿਆਂ 'ਚ। ਜਿਹੜੇ ਥਲ 'ਤੇ ਲੋਕ ਰਹਿੰਦੇ ਨੇ, ਜੂਨਾਂ ਨੇ, ਉਹਨਾਂ ਵਿੱਚ ਵੀ ਤੁਸੀਂ ਕਿਰਪਾ ਕਰਦੇ ਹੋ, ਬਖਸ਼ਿਸ਼। ਥੱਲੇ ਹੁੰਦਾ ਥੱਲੇ ਨੀਵੇਂ ਥਾਂ, ਜਿਹੜੇ ਥੱਲੇ ਦੀ ਤਰ੍ਹਾਂ ਹਨ, ਧਰਤੀ ਦੀ ਤਰ੍ਹਾਂ ਹਨ, ਮਹਾਤਮਾ ਨਾਮ ਜਪ ਜਪ ਕੇ ਉਹਨਾਂ ਵਿੱਚ ਪ੍ਰਗਟ ਰੂਪ ਹੋ ਕੇ ਤੂੰ ਵਰਤਦਾ ਹੈ। ਜਿਨ੍ਹਾਂ 'ਚ ਬਹੁਤੀ ਨਿਮਰਤਾ ਹੈ ਉਹਨਾਂ 'ਤੇ ਬਹੁਤ ਜ਼ਿਆਦਾ ਕਿਰਪਾ ਕਰਦਾ ਤੂੰ ਮਹਾਰਾਜ, ਬਖਸ਼ਿਸ਼ ਕਰਦਾ। ਨੀਚਾਂ ਅੰਦਰ ਨੀਚ ਜਾਤ, ਨੀਚੀ ਮਤ ਨੀਚ, ਨਾਨਕ ਤਿੰਨ ਕੈ ਸੰਗ ਸਾਥ। ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀ ਨਾ ਤਿੱਥੇ ਨਦਰ ਤੇਰੀ ਬਖਸ਼ੀਸ਼। ਭਾਵ ਥੱਲੇ ਥਲ ਸੁੱਕਾ ਹੁੰਦਾ, ਉਹਨਾਂ 'ਚ ਵਿਸ਼ਾ ਵਿਕਾਰ ਮਹਾਂਪੁਰਖਾਂ 'ਚ, ਮਹਾਤਮਾ 'ਚ, ਬ੍ਰਹਮ ਗਿਆਨੀਆਂ 'ਚ ਖਾਤਮੀ ਹੋ ਜਾਂਦੇ ਆ। ਥੱਲੇ ਵਾਂਗੂ ਸੁੱਕੇ ਖੁਸ਼ਕ ਤਰ੍ਹਾਂ ਹੁੰਦੇ ਹਨ, ਕੁਛ ਨਹੀਂ ਹੁੰਦਾ ਉੱਥੇ। ਮੇਨ ਅਰਥ ਇਹੀ ਕਰਨਾ ਕਿ ਥਲ ਵਿੱਚ ਵੀ ਤੂੰ ਵਸਦਾ ਹੈ। ਅਭੀਟ ਹੈ, ਅਭੀਟ ਹੁੰਦਾ, ਭੀਟ ਕੰਧ ਤੋਂ ਬਿਨਾਂ ਹੈ, ਆਸਰੇ ਤੋਂ ਬਿਨਾਂ ਹੈ। ਕੰਧ ਹੁੰਦੀ ਆਸਰਾ, ਤੁਸੀਂ ਆਸਰੇ ਤੋਂ ਬਿਨਾਂ, ਤੁਹਾਨੂੰ ਨਹੀਂ ਕਿਸੇ ਦੀ ਲੋੜ ਪੈਂਦੀ ਆਸਰਾ ਲੈਣ ਦੀ, ਇਸ ਵਾਸਤੇ ਅਭੀਤ ਹੈ। ਭੀਤ ਹੁੰਦਾ ਡਰ ਜਾਣਾ, ਭੈਭੀਤ ਹੋਣਾ, ਤੁਸੀਂ ਡਰ ਤੋਂ ਬਿਨਾਂ ਹੋ ਮਹਾਰਾਜ। ਅਭੇ ਹੈ, ਅਭੇ ਤੇਰੇ ਭੇਦ ਨੂੰ ਨਹੀਂ ਪਾਇਆ ਜਾ ਸਕਦਾ, ਭੇਦ ਨੂੰ ਤੇਰੇ ਨੂੰ ਨਹੀਂ ਪਾਉਂਦਾ ਕੋਈ, ਜਾਂ ਤੁਸੀਂ ਡਰ ਤੋਂ ਰਹਿਤ ਹੋ। ਪ੍ਰਭੂ ਹੈ, ਪ੍ਰਭੂ ਦਾ ਸਵਾਮੀ ਮਾਲਕ, ਤੂੰ ਸਭ ਦਾ ਪ੍ਰਭੂ ਹੈ, ਸਭ ਦਾ ਮਾਲਕ ਹੈ ਮਹਾਰਾਜ, ਸਭ ਤੇ ਤੇਰਾ ਹੁਕਮ ਚੱਲ ਰਿਹਾ ਹੈ। ਅਜੂ ਹੈ, ਅਜੂ ਹੁੰਦਾ ਜਨਮ ਤੋਂ ਰਹਿਤ ਹੈ ਤੂੰ, ਜੂ ਜਨਮ ਆੜਾ ਐੜਾ ਮੂਹਰੇ ਲੱਗਿਆ, ਅਜੂ ਵਾਹਿਗੁਰੂ ਪਰਮੇਸ਼ਰ ਤੁਸੀਂ ਜਨਮ ਤੋਂ ਰਹਿਤ ਹੋ, ਜਨਮ ਤੋਂ ਬਿਨਾਂ ਹੋ। ਇਹ ਤੇਰਾ ਜੋਰ ਉਹਦਾ ਬਾਲੀ ਕਥਨ ਕਰਦੇ ਪਰਮੇਸ਼ਰ ਦਾ। ਆਦੇਸ਼ ਹੈ, ਤੂੰ ਆਦੇਸ਼, ਦੇਸ਼ ਤੋਂ ਬਿਨਾਂ ਹੈ ਤੂੰ ਮਹਾਰਾਜ, ਹਰ ਜਗ੍ਹਾ ਹੀ ਹੈ ਤੂੰ। ਇੱਥੇ ਹੁੰਦਾ ਇਹ ਫਲਾਨਾ ਬੰਦਾ ਇਸ ਦੇਸ਼ ਦਾ ਹੈ, ਇਹਦਾ ਗ੍ਰੀਨ ਕਾਰਡ ਬਣਿਆ ਇਸ ਦੇਸ਼ ਦਾ ਹੈ, ਇਸ ਦੇਸ਼ ਦਾ ਹੈ। ਤੂੰ ਸਾਰੇ ਦੇਸ਼ਾਂ ਦਾ ਮਾਲਕ ਹੈ, ਭਾਵ ਦੇਸ਼ਾਂ ਤੋਂ ਦੇਸ਼ ਤੋਂ ਬਿਨਾਂ ਹੈ। ਅਭੇਸ ਹੈ, ਤੁਸੀਂ ਭੇਖ ਤੋਂ ਬਿਨਾਂ ਹੈ ਮਹਾਰਾਜ, ਤੁਹਾਡਾ ਕੋਈ ਭੇਖ ਨਹੀਂ ਹੈ। ਜੋਤ ਸਰੂਪ ਹੋ, ਪ੍ਰਕਾਸ਼ ਰੂਪ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਗਲਾ ਛੰਦ ਫਿਰ ਆਰੰਭ ਕਰਦੇ। ਭੁਜੰਗ ਪਰਿਆਤ ਛੰਦ, ਭੁਜੰਗ ਸੱਪ ਦੀ ਚਾਲ ਵਾਲਾ ਛੰਦ। ਮਹਾਰਾਜ ਇਹਦੇ ਅਰਥ ਹੋਏ, ਅੱਗੇ ਵੀ ਆਏ ਪਿੱਛੇ ਛੰਦ। ਭੁਜੰਗ ਪਰਿਆਤ ਛੰਦ ਤਵੈ ਪ੍ਰਸਾਦ ਪਾਤਸ਼ਾਹ ਕਹਿੰਦੇ ਅਸੀਂ ਵਾਹਿਗੁਰੂ ਆਪ ਦੀ ਕਿਰਪਾ ਨਾਲ, ਪਰਮੇਸ਼ਰ ਦੀ ਕਿਰਪਾ ਨਾਲ ਹੁਣ ਭੁਜੰਗ ਛੰਦ ਉਚਾਰਨ ਲੱਗੇ ਹਾਂ। ਅਗਾਧੇ ਅਬਾਧੇ
ਅਗਾਧੇ ਅਬਾਧੇ ਅਗਾਧੇ ਅਗਾਧ ਭਾਵ ਅਥਾਹ ਰੂਪ ਹੋ ਤੁਸੀਂ ਮਹਾਰਾਜ, ਤੁਹਾਡਾ ਨਹੀਂ ਕੋਈ ਅੰਤ ਪਾ ਸਕਦਾ। ਬੇਸ਼ੁਮਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਅਬਾਧੇ ਉਹ ਕਿਸੇ ਸੀਮ ਵਿੱਚ ਨਹੀਂ, ਸੀਮਾ ਵਿੱਚ ਨਹੀਂ। ਇੱਕ ਦੇਸ਼ ਦਾ ਬੰਦਾ ਦੂਜੇ ਪਾਸੇ ਨਹੀਂ ਜਾ ਸਕਦਾ, ਜਾਂ ਉਹਨੂੰ ਫਿਰ ਵੀਜ਼ਾ ਲੈਣਾ ਪੈਂਦਾ, ਵੀਜ਼ਾ ਲੈ ਕੇ ਦੂਜੇ ਪਾਸੇ ਜਾਂਦਾ। ਜੇ ਉੱਦਾਂ ਜਾਂਦਾ ਉਹਨੂੰ ਕਈ ਵੀ ਸਜ਼ਾ ਹੋ ਜਾਂਦੀ ਹੈ। ਪਰਮਾਤਮਾ ਤੁਸੀਂ ਅਸੀਮ ਹੋ। ਇੱਕ ਬੰਦਾ ਇੰਨਾ ਕੰਮ ਕਰ ਸਕਦਾ ਕਿ ਇੰਨਾ ਕਿਹਦੇ ਵਿੱਚ ਬਲ ਹੈ, ਇੰਨਾ ਕਿਹਦੇ ਵਿੱਚ ਜ਼ੋਰ ਹੈ, ਇਹਨੇ ਇੰਨਾ ਕੰਮ ਕਰ ਲੈਣਾ। ਪਰਮਾਤਮਾ ਤੁਸੀਂ ਆਬਾਦ ਹੋ, ਭਾਵ ਅਸੀਮ ਹੋ, ਤੁਸੀਂ ਤਾਂ ਕੁਛ ਵੀ ਕਰ ਸਕਦੇ ਹੋ। ਇਸ ਵਾਸਤੇ ਆਨੰਦੀ ਸਰੂਪੇ, ਤੁਸੀਂ ਆਨੰਦ ਦਾ ਸਰੂਪ ਹੋ। ਜਿਨ੍ਹਾਂ ਨੂੰ ਤੇਰੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਤੇਰੀ ਪ੍ਰਾਪਤੀ ਹੋ ਜਾਂਦੀ ਹੈ, ਤੇਰੇ ਦਰਸ਼ਨ ਹੋ ਜਾਂਦੇ, ਉਹ ਐਨ ਆਨੰਦ ਚਿੱਤ ਹੋ ਜਾਂਦੇ ਹਨ। ਤੁਸੀਂ ਆਨੰਦੀ ਸਰੂਪੇ ਹੋ ਮਹਾਰਾਜ, ਆਨੰਦ ਦੇ ਦੇਣ ਵਾਲੇ ਹੋ। ਨਮੋ ਸਰਬ ਮਾਨੇ, ਨਮੋ ਸਰਬ ਮਾਨੇ। ਹੁਣ ਫਿਰ ਨਮਸਕਾਰ ਕਰਦੇ ਨੇ ਤੇ ਸਾਰਿਆਂ ਦੇ ਨਮੋ ਸਰਬ ਮਾਨੇ, ਤੁਸੀਂ ਸਾਰਿਆਂ ਦੁਆਰਾ ਮੰਨੇ ਜਾਣ ਵਾਲੇ ਹੋ। ਤੁਹਾਨੂੰ ਈਸਾਈ ਵੀ ਮੰਨਦੇ ਨੇ, ਮੁਸਲਮਾਨ ਵੀ ਮੰਨਦੇ ਆ, ਸਿੱਖ ਵੀ ਮੰਨਦੇ ਆ, ਮੁਸਲਮਾਨ ਵੀ ਮੰਨਦੇ ਆ, ਗੋਰੇ ਚਿੱਟੇ ਸਾਰੇ ਹੀ ਮੰਨਦੇ ਆ, ਜੈਨੀ ਆਦਿਕ ਸਾਰੇ ਹੀ ਮੰਨਦੇ। ਇੱਕ ਹੈ ਕੋਈ ਇੱਥੇ। ਇਸ ਕਰਕੇ ਤੁਸੀਂ ਸਾਰਿਆਂ ਦੇ ਮੰਨਣਯੋਗ ਹੋ, ਮੰਨੇ ਜਾਣ ਵਾਲੇ ਹੋ, ਤਾਂ ਤੁਹਾਨੂੰ ਨਮਸਕਾਰ ਹੈ। ਸਮਸਤੀ ਨਿਧਾਨੇ, ਤੁਸੀਂ ਨਿਧਾਨੇ ਹੁੰਦਾ ਖਜ਼ਾਨਾ, ਤੁਸੀਂ ਸਾਰਿਆਂ ਗੁਣਾਂ ਅਥਵਾ ਪਦਾਰਥਾਂ ਦੇ ਖਜ਼ਾਨੇ ਹੋ, ਤੁਹਾਨੂੰ ਨਮਸਕਾਰ ਹੈ। ਨਾਮ ਜਪਣ ਨਾਲ ਹਰੇਕ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਬਾਣੀ ਪੜ੍ਹਨ ਨਾਲ ਹਰੇਕ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਮੂਲ ਮੰਤਰ ਦਾ ਪਾਠ ਕਰਿਆ ਕਰੋ। ਗੁਰਮੰਤਰ ਦਾ, ਮੂਲ ਮੰਤਰ ਦਾ ਅਭਿਆਸ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਬਹੁਤ ਗੁਣ ਬੰਦੇ ਦੇ ਅੰਦਰ ਆਉਣ ਲੱਗ ਜਾਂਦੇ ਹਨ। ਇਸ ਕਰਕੇ ਉਹ ਸਾਰਿਆਂ ਖਜ਼ਾਨਿਆਂ ਦੇ ਮਾਲਕ ਹਨ, ਤਾਂ ਕਰਕੇ ਤੁਹਾਨੂੰ ਨਮਸਕਾਰ ਹੈ। ਅੱਗੇ ਨਮਸਤਵੰ ਨਿਰਨਾਥੇ, ਨਮਸਤਵੰ ਜਾਂ ਨਮਸਤੰ ਨਮਸਤਸਤ, ਨਮੋ ਨਮੋਸਤ, ਇੱਦਾਂ ਸ਼ਬਦ ਆਏ ਨੇ। ਇਹ ਸਾਰਿਆਂ ਦਾ ਅਰਥ ਹੈ ਕਿ ਨਮਸਕਾਰ। ਨਿਰਨਾਥੇ, ਨਾਥ ਹੁੰਦਾ ਮਾਲਕ। ਪਰਮਾਤਮਾ ਤੁਹਾਨੂੰ ਨਮਸਕਾਰ ਤਾਂ ਅਸੀਂ ਕਰਦੇ ਹਾਂ ਕਿ ਤੁਸੀਂ ਮਾਲਕ ਤੋਂ ਬਿਨਾਂ ਨਿਰਨਾਥੇ ਹੋ। ਤੁਸੀਂ ਨਾਥ ਦਾ ਜਿੱਥੇ ਵੀ ਬਾਣੀ ਚ ਆਵੇ ਅੱਖਰ, ਨਾਥ ਹੁੰਦਾ ਮਾਲਕ, ਅਨਾਥ ਹੁੰਦਾ ਬਿਨਾਂ ਮਾਲਕ ਤੋਂ। ਨਿਰਨਾਥੇ ਅਰਥ ਉਹੀ ਹੈ। ਇਹ ਮਹਾਰਾਜ ਤੁਸੀਂ ਬਿਨਾਂ ਮਾਲਕ ਤੋਂ ਹੋ, ਬਿਨਾਂ ਸਵਾਮੀ ਤੋਂ ਰਹਿਤ ਹੋ, ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈ। ਤੁਸੀਂ ਸਭ ਤੋਂ ਵੱਡੇ ਹੋ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਦਿਨ ਕੱਲ ਰਾਖੀ ਮੇਰੀ। ਤੁਸੀਂ ਬਿਨਾਂ ਮਾਲਕ ਤੋਂ ਹੋ। ਨਮਸਤਵੰ ਪਰਮਾਥੇ, ਤੁਹਾਨੂੰ ਨਮਸਤਵੰ ਕਹੀਏ ਕਿ ਨਮਸਕਾਰ ਹੈ। ਤੁਸੀਂ ਸਾਰਿਆਂ ਨੂੰ ਖਤਮ ਕਰਨ ਵਾਲੇ ਹੋ, ਸੰਘਾਰਕ ਹੋ। ਸਾਰਿਆਂ ਦੇ, ਸਾਰਿਆਂ ਦਾ ਸੰਘਾਰ ਕਰ ਦਿੰਦੇ ਹੋ, ਸਾਰਿਆਂ ਨੂੰ ਮਾਰ ਸੁੱਟਦੇ ਹੋ। ਦੇਖਦੇ ਹੋ ਜਦੋਂ ਤੁਹਾਡੀ ਮਰਜ਼ੀ ਹੁੰਦੀ ਹੈ, ਉਹਨੂੰ ਮੱਤ ਸਿੱਟਦੇ ਹੋ, ਮਲ ਸਿੱਟਦੇ ਹੋ, ਖਤਮ ਕਰ ਦਿੰਦੇ ਹੋ। ਫਿਰ ਤਾਂ ਨਮਸਕਾਰ ਹੈ। ਨਮਸਤਵੰ ਅਗੰਜੇ, ਅਗੰਜੇ ਗੰਜੇ ਹੁੰਦੇ ਕੱਟਿਆ ਜਾਣਾ, ਨਾਸ਼ ਹੋ ਜਾਣਾ, ਖਤਮ ਹੋ ਜਾਣਾ। ਤੁਹਾਨੂੰ ਨਮਸਕਾਰ ਇਸ ਵਾਸਤੇ ਆ ਕਿ ਤੁਸੀਂ ਨਾ ਨਸ਼ਟ ਕੀਤੇ ਜਾਣ ਵਾਲੇ ਹੋ, ਨਾ ਮਾਰੇ ਜਾਣ ਵਾਲੇ ਹੋ, ਨਾ ਖਤਮ ਹੋਣ ਵਾਲੇ ਹੋ। ਤੁਹਾਨੂੰ ਕੋਈ ਕੱਟ ਵੱਢ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਤੁਸੀਂ ਬਹੁਤ ਵੱਡੇ ਹੋ, ਤੁਹਾਨੂੰ ਨਮਸਕਾਰ। ਨਮਸਤਵੰ ਅਪੰਜੇ, ਅਪੰਜੇ ਨਾ ਭੰਨੇ ਜਾਣ ਵਾਲੇ ਹੋ ਤੁਸੀਂ, ਤੁਹਾਨੂੰ ਨਹੀਂ ਕੋਈ ਭੰਨ ਸਕਦਾ, ਖਤਮ ਕਰ ਸਕਦਾ। ਤਾਂ ਕਰਕੇ ਤੁਹਾਨੂੰ ਨਮਸਕਾਰ ਹੈ ਜੀ। ਨਮਸਤਵੰ ਅਕਾਲੇ, ਅਕਾਲੇ ਕਾਲ ਤੋਂ ਰਹਿਤ ਹੋ ਤੁਸੀਂ ਮਹਾਰਾਜ, ਅਬਨਾਸੀ ਹੋ। ਜੋ ਦਿਸੈ ਸੋ ਸਗਲ ਬਨਾਸਾ। ਮਹਾਰਾਜ ਤੁਸੀਂ ਅਕਾਲ ਹੋ, ਕਾਲ ਤੋਂ ਰਹਿਤ ਹੋ ਤੁਸੀਂ। ਹੋਰ ਸਾਰੇ ਖਤਮ ਹੋ ਜਾਣਾ, ਤੁਸੀਂ ਉੱਦਾਂ ਹੀ ਰਹਿਣਾ। ਜਿਨ੍ਹਾਂ ਨੂੰ ਤੁਸੀਂ ਨਵਾਜ ਲਿਆ, ਪੰਜਾਂ ਪਿਆਰਿਆਂ ਨੇ ਉੱਦਾਂ ਹੀ ਰਹਿਣਾ। ਅੰਮ੍ਰਿਤ ਉੱਦਾਂ ਹੀ ਛਕਾਇਆ ਜਾਂਦਾ ਰਹਿਣਾ, ਸੰਗਤਾਂ ਉੱਦਾਂ ਹੀ ਜੁੜਦੀਆਂ ਰਹਿਣੀਆਂ।
ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਕਦੀ ਦਿੱਤੀ, ਇਹਨਾਂ ਨੇ ਉੱਦਾਂ ਹੀ ਰਹਿਣਾ। ਤੁਸੀਂ ਕਾਲ ਦੇ ਅਧੀਨ ਅਕਾਲ ਪੁਰਖ ਹੋ। ਤੁਸੀਂ ਨਮਸਤਵੰ ਅਪਾਲੇ, ਹੇ ਪਾਲ ਕਰੈਤ। ਇਸ ਕਿੰਨੇ ਬੰਦੇ ਨੂੰ ਮਾਤਾ ਪਿਤਾ ਨੇ ਬੱਚੇ ਪਾਲਦਾ ਹੈ। ਮਾਤਾ ਪਿਤਾ ਜਾਨਵਰ ਵੀ ਆਪਣੇ ਬੱਚਿਆਂ ਨੂੰ ਪਾਲਦੇ ਨੇ, ਪਸ਼ੂ ਪੰਛੀ ਸਾਰੇ ਪਾਲਦੇ ਨੇ, ਤੁਹਾਨੂੰ ਨਹੀਂ ਪਾਲਦਾ ਕੋਈ ਮਹਾਰਾਜ। ਤੁਸੀਂ ਅਪਾਲੇ ਹੋ। ਤੁਹਾਨੂੰ ਕਿਹਨੇ ਪਾਲਣਾ? ਤੁਹਾਡੇ ਤੋਂ ਵੱਡਾ ਕੌਣ ਹੈ? ਤਾਂ ਕਰਕੇ ਨਮਸਕਾਰ ਹੈ। ਨਮੋ ਸਰਬ ਦੇਸੇ, ਤੁਸੀਂ ਸਾਰਿਆਂ ਦੇਸ਼ਾਂ ਵਾਲੇ ਹੋ। ਪਹਿਲਾਂ ਆਇਆ ਦੇਸੇ, ਦੇਸ਼ ਤੋਂ ਬਿਨਾਂ, ਹੁਣ ਸਾਰੇ ਦੇਸ਼ਾਂ ਵਾਲੇ ਵੀ ਹੋ। ਤੁਸੀਂ ਸਾਰਿਆਂ ਦੇ ਵਿੱਚ ਜੋਤ ਵਿੱਚ ਹੈ, ਪਸ਼ੂ ਪੰਛੀ ਸਭ ਦੇ ਵਿੱਚ ਤੁਹਾਡੀ ਜੋਤ ਹੈ। ਤਾਂ ਸਰਬ ਦੇਸ਼ਾਂ ਦੇ ਮਾਲਕ ਹੋ, ਤਾਂ ਤੁਹਾਨੂੰ ਨਮਸਕਾਰ ਹੈ। ਨਮੋ ਸਰਬ ਭੇਸੇ, ਤੁਸੀਂ ਸਾਰੇ ਭੇਸਾਂ ਵਾਲੇ ਹੋ। ਤੁਸੀਂ ਚੋਲਾ ਵੀ ਪਾ ਲੈਂਦੇ ਹੋ, ਤੁਸੀਂ ਕੁੜਤਾ ਪਜਾਮਾ ਵੀ, ਧੋਤੀ ਵੀ, ਸਾਰੇ ਭੇਸਾਂ ਵਾਲੇ ਹੋ। ਤੁਹਾਡੀ ਮੌਜ ਆ ਮਹਾਰਾਜ, ਤੁਹਾਡਾ ਨਹੀਂ ਪਤਾ ਲੱਗਦਾ ਕਿ ਕੀ ਹੋਣਾ ਕੀ ਨਹੀਂ। ਜਿੱਦਾਂ ਇੱਥੇ ਮੋਗੇ ਕੋਲੇ ਪਿੰਡ ਇੱਕ ਲੋਪੋ ਮਹਾਂਪੁਰਖ ਬੋਰੇ ਦਾ ਚੋਲਾ ਪਾਉਂਦੇ ਸੀ। ਪਹਿਲਾਂ ਬੋਰੇ ਵਾਲੇ ਕਹਿੰਦੇ ਬਾਅਦ ਚ ਚੋਲਾ ਕੱਪੜੇ ਦਾ ਪਾਉਣ ਲੱਗੇ। ਉਹਨਾਂ ਨੂੰ ਅਸੀਂ ਪੁੱਛਿਆ ਸੀ ਕਿ ਮਹਾਰਾਜ ਇਹ ਕਿਉਂ ਤੁਹਾਨੂੰ ਬੋਰੇ ਵਾਲੇ ਮਹਾਂਪੁਰਖਾਂ ਤੋਂ ਕਹਿੰਦੇ? ਅਸੀਂ ਕਹਿੰਦੇ ਬੋਰੇ ਦਾ ਪਾਉਂਦੇ ਸੀ ਚੋਲਾ। ਉਹਨਾਂ ਨੂੰ ਪੁੱਛਿਆ, ਫਿਰ ਅਸੀਂ ਕਈ ਸਿੰਘ ਸੀ ਕਿ ਵੀ ਤੁਸੀਂ ਇਹ ਕਿਉਂ ਪਾਉਂਦੇ ਸੀ, ਫਿਰ ਬੋਰੇ ਦਾ ਚੋਲਾ ਕਿਉਂ ਪਾਉਂਦੇ ਸੀ? ਕਹਿੰਦੇ ਅਸੀਂ ਕੁਛ ਕਰਦੇ ਨਹੀਂ ਸੀ, ਬੰਦਗੀ 'ਚ ਰਹਿੰਦੇ ਸੀ, ਇਸ ਕਰਕੇ ਬੋਰਾ ਪਾਰਾ ਉੱਦਾਂ ਹੀ ਮਿਲ ਜਾਂਦਾ ਪਾ ਲੈਂਦੇ ਸੀ। ਉਹ ਕਹਿੰਦੇ ਬੋਰਾ ਹੁੰਦਾ ਜਿਹੜਾ ਜਦੋਂ ਅਸੀਂ ਸੈਰ ਕਰਨ ਜਾਣਾ, ਕਈ ਵਾਰ ਸਿਆਲ ਵਿੱਚ ਤਰੇਲ ਪੈਣ ਲੱਗ ਜਾਣੀ, ਉਹ ਦੱਸਿਆ ਵੀ ਅਸੀਂ ਬਸਤਰ ਕਿਵੇਂ ਪਾਉਣ ਲੱਗੇ ਹਾਂ। ਉਹ ਥੱਲਿਓਂ ਗਿੱਲਾ ਹੋ ਕੇ ਖਰਾਬ ਹੋ ਜਾਣਾ, ਜਲਦੀ ਪਾੜ ਜਾਣਾ। ਸਾਡੇ ਪ੍ਰੇਮੀ ਸੀ, ਉਹਨਾਂ ਨੂੰ ਅਸੀਂ ਬੀਬੀਆਂ ਆਉਂਦੀਆਂ, ਇਹਨਾਂ ਨੂੰ ਅਸੀਂ ਕਿਹਾ ਜਿਹੜਾ ਸਾਡਾ ਚੋਲਾ ਨਾ ਬੋਰੇ ਦਾ, ਇਹਦੇ ਥੱਲੇ ਜਿੱਦਾਂ ਖਾਦ ਵਾਲੇ ਥੈਲੇ ਹੁੰਦੇ ਆ, ਪਲਾਸਟਿਕ ਜੀ ਹੁੰਦੀ, ਕਿ ਥੋੜ੍ਹਾ ਥੋੜ੍ਹਾ ਕੱਟ ਕੇ ਲਾ ਦਿਓ ਥੱਲੇ, ਭਾਵ ਕਿ ਤਰੇਲ ਨਾਲ ਛੇਤੀ ਪਾਟੇ ਨਾ, ਖਰਾਬ ਨਾ ਹੋਵੇ। ਤੇ ਕਹਿੰਦੇ ਉਹਨਾਂ ਨੇ ਲਾ ਦਿੱਤਾ, ਉੱਪਰੋਂ ਬੋਰਾ, ਥੱਲਿਓਂ ਉਹ ਖਾਦ ਵਾਲੇ ਥੈਲਾ। ਤੇ ਅਸੀਂ ਤੁਰੇ ਜਾਈਏ ਬਾਹਰ ਕਿਤੇ ਸੈਰ ਕਰਦੇ, ਤੇ ਉਹ ਘਾਹ ਬੀਬੀਆਂ ਕੋਈ ਘਾਹ ਵੱਢਣ ਵਾਲੀਆਂ ਘਾਹ ਵੱਢਦੀਆਂ, ਤੇ ਸਾਨੂੰ ਦੇਖ ਕੇ ਖੜੀਆਂ ਹੋ ਗਈਆਂ, ਸਾਹਮਣੇ ਦਾ ਹੱਥ ਜੋੜ ਦਿੱਤੇ। ਜਦੋਂ ਅਸੀਂ ਲੰਘੇ ਹੱਸਣ ਲੱਗ ਗਈਆਂ, ਮਗਰੋਂ ਕਹਿਣ ਲੱਗੀਆਂ ਕਿ ਸਾਨੂੰ ਸੁਣ ਗਿਆ। ਕਹਿੰਦੇ ਬਾਬਾ ਉੱਦਾਂ ਚੋਲਾ ਤਾਂ ਬੋਰੇ ਦਾ ਹੀ ਪਾਉਂਦਾ, ਪਰ ਬਾਰਡਰ ਲਾ ਕੇ ਪਾਉਂਦਾ, ਬਾਰਡਰ ਵਾਲਾ ਪਾਉਂਦਾ ਬਾਬਾ ਚੋਲਾ। ਹੱਸਦੀਆਂ ਨੇ ਕਿਹਾ ਚੋਲਾ ਤਾਂ ਬੋਰੇ ਦਾ ਪਾਉਂਦਾ, ਪਰ ਪਾਉਂਦਾ ਬਾਰਡਰ ਵਾਲਾ। ਤੇ ਮੈਂ ਉਦੋਂ ਹੀ ਕਹਿੰਦੇ ਲਾਹ ਕੇ ਪਰੇ ਛੱਡਤਾ, ਛੱਡੋ ਇਹ ਸੰਸਾਰ ਨਹੀਂ ਕਿਸੇ ਨੇ ਜਿੱਤਿਆ ਸੰਸਾਰ। ਫਿਰ ਅਸੀਂ ਪਾਉਣ ਲੱਗੇ ਚੋਲਾ ਦੂਜਾ ਕੱਪੜੇ ਦਾ, ਤਾਂ ਨਹੀਂ ਢਕਣਾ। ਜਦੋਂ ਗੱਲ ਚੱਲੀ ਸੀ ਕਿ ਸਾਰਿਆਂ ਭੇਸਾਂ ਵਿੱਚ ਪਤਾ ਨਹੀਂ ਕਿਹੜੇ ਭੇਸ ਵਿੱਚ ਅਸੀਂ ਨਿੰਦਿਆ ਕਰਦੇ ਹਾਂ, ਇਹ ਨਹੀਂ ਠੀਕ, ਇਹ ਨਹੀਂ ਠੀਕ, ਪਤਾ ਨਹੀਂ ਕਿਹੜੇ ਭੇਸ ਵਿੱਚ ਕੋਈ ਬ੍ਰਹਮ ਗਿਆਨੀ ਹੋਵੇ, ਰੱਬ ਦਾ ਪਿਆਰਾ ਹੋਵੇ, ਗੁਰਮੁਖ ਹੋਵੇ, ਚੋਲੇ 'ਚ ਹੋਵੇ, ਜਾਂ ਕਿਸੇ ਪੈਂਟ ਸ਼ਰਟ ਪਾਈ ਹੋਵੇ ਉਹ ਹੋਵੇ, ਜਾਂ ਕੋਈ ਹੋਰ ਵਸਤਰਾਂ ਵਿੱਚ ਹੋਵੇ। ਉੱਥੇ ਦੱਸਿਆ ਸਾਨੂੰ ਸਿੰਘਾਂ ਨੇ, ਕੋਈ ਹਿੰਦੂ ਪਰਿਵਾਰ ਸੀ, ਉਹ ਜਾਂਦੇ ਆਉਂਦੇ ਸੀ ਉਹਨਾਂ ਕੋਲ, ਮਹਾਂਪੁਰਖਾਂ ਕੋਲ। ਇੱਕ ਦਿਨ ਉਹਨਾਂ ਦੇ ਘਰ ਆ ਗਏ, ਜੋ ਸਾਨੂੰ ਦੱਸਿਆ ਬਾਅਦ ਅਸੀਂ ਪੁੱਛਿਆ ਵੀ ਜਾ ਕੇ ਉਹਨਾਂ ਦੇ ਘਰ ਜਾ ਕੇ, ਤੇ ਉਹ ਜਾਂਦੇ ਜਾਂਦੇ ਕਹਿ ਗਏ ਤੁਹਾਡੇ ਲੜਕਾ ਹੋਵੇਗਾ, 1 ਸਾਲ ਨੂੰ ਲੜਕਾ ਹੋਵੇਗਾ। ਉਹ ਕਹਿੰਦੇ ਜੀ ਹੋ ਜਾਊਗਾ। ਉਹ ਕਹਿੰਦੇ ਜਾਓ ਉੱਥੋਂ ਕਿਸੇ ਨੂੰ ਸੱਦੋ, 2-3 ਬੀਬੀਆਂ ਮਨੁੱਖਾ, ਕਹਿੰਦੇ ਇਹਨਾਂ ਦੇ ਸਿਹਰੇ ਬੰਨ੍ਹ ਦਿਓ, ਸਰੀ ਜਿੰਨੇ ਬੰਨ੍ਹ ਦਿੰਦੇ ਜਦੋਂ ਬੱਚਾ ਹੋਵੇ, ਕਹਿੰਦੇ ਇਹਨਾਂ ਦੇ ਬੰਨ੍ਹ ਦਿਓ ਜਲਦੀ, ਹੁਣੇ ਬੰਨੋ, 1 ਸਾਲ ਬਾਅਦ ਹੋ ਜੂ ਤੇ ਸਿਹਰੇ ਸਰੀ ਹੁਣੇ ਬਣਾ ਦਿੱਤੇ। ਉਹ ਕਹਿੰਦੇ ਬਾਬਾ ਜੀ ਕੀ ਪਤਾ, ਕਹਿੰਦੇ ਨਹੀਂ ਤੁਸੀਂ ਬੰਨ੍ਹ ਦਿਓ ਬਸ। ਉਹ ਬਾਅਦ ਵਿੱਚ ਉਹ 1 ਸਾਲ ਬਾਅਦ ਉਹਨਾਂ ਦੇ ਲੜਕਾ ਪੈਦਾ ਹੋਇਆ। ਉਹ ਸਾਨੂੰ ਦੱਸਿਆ ਹੀ ਕਿਸੇ ਨੇ, ਅਸੀਂ ਫਿਰ ਉਹਨਾਂ ਦੇ ਘਰ ਵੀ ਗਏ ਸੀ ਪਤਾ ਕਰਨ। ਕੁਝ ਦੱਸਿਆ ਜਾ ਕੇ, ਉਹਨੇ ਜਲ ਪਾਣੀ ਸਾਨੂੰ ਛਕਾਇਆ, ਕਹਿੰਦੇ ਹਾਂਜੀ ਇੱਦਾਂ ਹੀ ਹੋਈ।
मैं कहा फिर वो किੱਧਰ गए? उदों बाद ਪਹਿਲਾਂ ਤਾਂ ਅਸੀਂ ਵੀ ਮਿਲਦੇ ਰਹੇ, ਕਈ ਵਾਰੀ ਬਾਅਦ 'ਚ ਨਹੀਂ ਮਿਲੇ। ਬਾਅਦ ਸਾਡੀ ਸ਼ਰਧਾ ਬਹੁਤ ਵੱਧ ਗਈ। ਆ ਜਿਹੜਾ ਹਾਦਸਾ ਜਿਹਾ ਹੋਇਆ, ਪਹਿਲਾਂ ਹੀ ਸਰੀ ਜੇ ਬਣਾ ਦਿੱਤੇ ਗੇਟ ਨੂੰ, ਸਾਲ ਬਾਅਦ ਹਲੇ ਲੜਕਾ ਹੋਣਾ, ਕਿੱਡਾ ਭਰੋਸਾ। ਕਹਿੰਦੇ ਅਸੀਂ ਫਿਰ ਗਾਲ ਵੀ ਕੱਢਦੇ ਹੁੰਦੇ ਸੀ, ਬੁਰਾ ਕਈ ਬੋਲਣ ਲੱਗ ਜਾਂਦੇ, ਗਾਲਾਂ ਗੂਲਾਂ ਕੱਢਦੇ। ਅਸੀਂ ਕੁਛ ਨਹੀਂ ਕਿਹਾ, ਬੰਨ੍ਹ ਹੀ ਦਿੱਤੇ, ਚਲ ਦੇਖੀ ਜਾਊ। ਉੱਦਾਂ ਅਸੀਂ ਡਰੀਏ ਵੀ ਲੋਕਾਂ ਨੇ ਗੱਲਾਂ ਜਿਹੜੀਆਂ ਬਹੁਤ ਕਰਨਗੇ ਲੋਕ। ਚਲੋ ਅਸੀਂ ਕਿਹਾ ਵੀ ਗਏ ਕਿੱਥੇ ਸੀ? ਕਹਿੰਦੇ ਸਾਨੂੰ ਕਹਿੰਦੇ ਕਸਾਈਆਂ ਤੋਂ ਗਊਆਂ ਛਡਾਉਣੀਆਂ ਸੀ, ਗਊਆਂ ਕਸਾਈਆਂ ਨੇ ਫੜੀਆਂ ਹੋਈਆਂ। ਇਹਨਾਂ ਕਹਿ ਕੇ ਚਲੇ ਗਏ। ਸਾਲ ਤੋਂ ਉੱਪਰ ਫਿਰ ਜਾ ਕੇ ਤਕਰੀਬਨ 1.5 ਸਾਲ ਬਾਅਦ 6-7 ਮਹੀਨੇ ਦਾ ਬੱਚਾ ਸੀ ਜਦੋਂ ਅਸੀਂ ਗਏ। ਕਹਿੰਦੇ ਮੁੜ ਕੇ ਵਾਪਸ ਨਹੀਂ ਆਏ। ਬਾਅਦ ਵਿੱਚ ਅਸੀਂ ਤਾਂ ਕੱਪੜਿਆਂ 'ਚ, ਵਸਤਰਾਂ 'ਚ, ਭੇਖਾਂ 'ਚ ਉਲਝੇ ਹੋਏ ਹਾਂ। ਸਾਧ ਸੰਗਤ, ਜਿਹੜੀ ਰੱਬ ਦੀ ਬਖਸ਼ਿਸ਼ ਵਾਲਾ ਮਹਾਤਮਾ ਹੈ, ਉਹ ਪਤਾ ਨਹੀਂ ਕਿਹੜੇ ਭੇਖ ਵਿੱਚ, ਉਹ ਨਗਨ ਫਿਰਤ ਰੰਗ ਏਕ ਹੈ, ਉਹ ਸੋਭਾ ਪਾਏ। ਉਹਦਾ ਕਮਾਈ ਤਾਂ ਅੰਦਰਲੀ ਕੰਮ ਕਰਦੀ ਆ। ਹੁਣ ਇੱਕ ਥਾਣੇਦਾਰ ਲੱਗਾ, ਉਹਨੇ ਕੋਰਸ ਕੀਤੇ, ਬਹੁਤ ਕੁਛ ਕੀਤਾ ਉਹਨੇ। ਉਹਦੇ ਵਰਦੀ ਪਾਈ ਹੋਈ। ਉਹ ਜਦੋਂ ਆਪਣੀ ਕੁਰਸੀ 'ਤੇ ਬਹਿੰਦਾ, ਜਾ ਕੇ ਕਾਗਜ਼ੀ ਕਾਰਵਾਈ ਕਰਦਾ, ਸਾਈਨ ਕਰ ਦਿੰਦਾ, ਜੋ ਕੁਛ ਕਰਦਾ ਉਹ ਮੰਨਿਆ ਜਾਂਦਾ ਪਿੱਛੇ ਸਰਕਾਰ ਵਿੱਚ ਵੀ ਇਹ ਠੀਕ ਹੈ। ਜੇ ਜਿਹੜਾ ਅਨਪੜ੍ਹ ਬੰਦਾ, ਜਿਹਨੇ ਕੋਰਸ ਹੀ ਨਹੀਂ ਕੀਤਾ, ਉਹਦੇ ਵਰਦੀ ਪਵਾ ਕੇ ਤੇ ਬਿਠਾ ਦਿਓ ਉੱਥੇ ਟੇਬਲ 'ਤੇ, ਉਹਦੇ ਸ਼ਕਤੀ ਹੈ ਕੁਛ ਲਿਖਣ ਦੀ, ਕੁਛ ਸਰਕਾਰ ਨੂੰ ਮਨਾਉਣ ਦੀ, ਕੋਈ ਕਿਸੇ ਨੂੰ ਛੱਡ ਸਕਦਾ, ਕਿਸੇ ਨੂੰ ਬੰਨ੍ਹ ਸਕਦਾ। ਕੱਪੜੇ ਤਾਂ ਉਹੋ ਜਿਹੇ ਪਵਾ ਦਿੰਦੇ ਆਪਾਂ। ਜਦੋਂ ਉਹਨੇ ਕੋਰਸ ਹੀ ਨਹੀਂ ਕੀਤਾ, ਪੜ੍ਹਾਈ ਹੋਈ ਨਹੀਂ ਕੀਤੀ, ਉਹ ਸਟੱਡੀ ਨਹੀਂ ਉਹ ਕੀਤੀ, ਉਹ ਕੀ ਕਰੇਗਾ? ਇਸ ਵਾਸਤੇ ਭੇਖਾਂ ਭੁੱਖਾਂ ਤੋਂ ਰੱਬ ਤਾਂ ਪਰੇ ਹੀ ਹੈ। ਸਾਨੂੰ ਜਿੰਨੀ ਕੁ ਸਮਝ ਆਈ ਹੈ, ਅਸੀਂ ਉਨੀ ਕੁ ਸੰਗਤ ਨਾਲ ਵਿਚਾਰ ਕਰਦੇ ਹਾਂ। ਉਹ ਹੁਣ ਜਿਹਨੂੰ ਪਤਾ ਹੀ ਨਹੀਂ ਕਿਸੇ ਨੂੰ, ਬੈਂਕ ਵਿੱਚ ਕੋਈ ਸਰਵਿਸ ਕਰਦਾ, ਕਾਊਂਟਰ 'ਤੇ ਬਹਿੰਦਾ ਜਾ ਕੇ, ਜਦੋਂ ਦੀ ਪੜ੍ਹਾਈ ਹੋਈ ਨਹੀਂ ਹੈ, ਦੁਨਿਆਵੀ ਬੰਦੇ ਨੂੰ ਇਹ ਡਰੈਸ ਪਾ ਕੇ ਪਾ ਦਿਓ, ਕੀ ਕਰੂਗਾ ਉੱਥੇ ਜਾ ਕੇ, ਜਿਹੜਾ ਉੱਥੇ ਕਦੇ ਗਿਆ ਹੀ ਨਹੀਂ। ਇਹ ਤਾਂ ਜਿਹੋ ਜਿਹਾ ਫੀਲਡ ਹੋਵੇ, ਉਹੋ ਜਿਹੀਆਂ ਗੱਲਾਂ ਦਾ ਪਤਾ ਲੱਗਦਾ। ਇਹ ਤਾਂ ਜਿਹੜੀ ਪੜ੍ਹਾਈ ਹੋਵੇ, ਉਹ ਚਲੋ ਉਹਨੇ ਥਾਣੇਦਾਰ ਹੈ ਜਿਹਦਾ ਕੋਰਸ ਕੇਸ ਸਾਰਾ ਪਤਾ, ਇੱਕ ਟਾਈਮ ਵਰਦੀ ਨਾ ਵੀ ਪਾਈ ਹੋਵੇ, ਉਹਨੇ ਸਿੰਪਲ ਪੁਸ਼ਾਕ ਪਾਈ ਹੋਵੇ, ਉਹ ਕੰਮ ਉਹ ਕਈ ਵਾਰੀ ਪਰਨਾ ਬੰਨ੍ਹ ਕੇ, ਡੱਬੀਆਂ ਨਾਲ ਪਰਨਾ ਬੰਨ੍ਹੀ ਬੈਠੇ, ਉਹੀ ਕੰਮ ਕਰ ਦਿੰਦੇ। ਚਲੋ ਆਪਾਂ ਸਾਈਨ ਕਰ ਦਿੰਦੇ, ਸਾਈਨ ਹੀ ਕਰਨੇ। ਉਹ ਅੰਦਰਲੀ ਕਮਾਈ ਹੈ, ਜਿਹੜੀ ਅੰਦਰਲੀ ਅਭਿਆਸ ਹੈ, ਜਿਹੜਾ ਅੰਦਰ ਜਿਹੜੀ ਪੜ੍ਹਾਈ ਹੈ ਭਾਈ, ਉਹ ਕੰਮ ਕਰਦੀ ਹੈ। ਨਾ ਫਸ ਗਈ ਅਸੀਂ ਭੇਖਾਂ ਵਿੱਚ, ਉਹ ਭੇਸਾਂ ਤੋਂ ਬਿਨਾਂ ਨੇ। ਨਮੋ ਰਾਜ ਰਾਜੇ, ਵਾਹਿਗੁਰੂ ਪਰਮੇਸ਼ਰ ਨੇ ਤਾਂ ਉਹਨਾਂ ਨੂੰ ਅਸੀਂ ਮਹਾਰਾਜ ਕਹਿੰਦੇ ਨਮਸਕਾਰ ਕਰਦੇ ਹਾਂ। ਉਹ ਰਾਜਿਆਂ ਦੇ ਵੀ ਵੱਡੇ, ਤੁਮ ਹੋ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਇਸ ਵਾਸਤੇ ਤੁਸੀਂ ਮਹਾਰਾਜ ਰਾਜਿਆਂ ਦੇ ਵੀ ਰਾਜੇ, ਵੱਡੇ ਵੱਡੇ ਰਾਜੇ ਹੋ, ਰਾਜਿਆਂ ਤੋਂ ਵੀ, ਤਾਂ ਤੁਹਾਨੂੰ ਅਸੀਂ ਨਮਸਕਾਰ ਕਰਦੇ ਹਾਂ। ਨਮੋ ਸਾਜ ਸਾਜੇ, ਇਹ ਸਿਰਜਣਹਾਰਾਂ ਦੇ ਵੀ ਸਿਰਜਣਹਾਰ, ਜਿਹਨੂੰ ਮਰਜ਼ੀ ਸਾਜਦੇ ਨੇ, ਜਿਹਨੂੰ ਮਰਜ਼ੀ ਬਣਾ ਦੇ, ਬ੍ਰਹਮ ਗਿਆਨੀ ਬਣਾ ਦਿੰਦੇ ਹਾਂ, ਸਾਧੂ ਬਣਾ ਦਿੰਦੇ ਹਾਂ, ਸੰਤ ਬਣਾ ਦਿੰਦੇ ਹਾਂ। ਤੁਸੀਂ ਬਹੁਤ ਵੱਡੇ ਹੋ ਮਹਾਤਮਾ, ਮਹਾਂਪੁਰਖ, ਗੁਰੂ ਸਾਹਿਬ ਨਿਰੰਕਾਰ। ਜਿਵੇਂ ਪੁੱਛੋ ਫਿਰ ਗੱਲ ਕੋਈ ਨਾ ਕੋਈ ਯਾਦ ਆ ਜਾਂਦੀ। ਸਾਖੀ ਪੁੱਛੋ ਮਹਾਂਪੁਰਖਾਂ ਕੋਲੇ, ਉਹ ਜਿਹੜੀਆਂ ਬੀਬੀਆਂ ਨਹੀਂ ਜਮਾਂਦਾਰਨੀਆਂ ਜੀਆਂ, ਉਹ ਪਿੱਛੇ ਸੋਟੀ ਜਿਹੀ ਹੁੰਦੀ, ਪਿੱਛੇ ਨੂੰ ਕੁੱਤਿਆਂ ਤੋਂ ਰੱਖੀ ਹੁੰਦੀ ਹੈ, ਕਰਨ ਤੋਂ ਮੰਗਦੀਆਂ ਫਿਰਦੀਆਂ ਕੁਛ ਥਾਂ ਥਾਂ ਤੋਂ। ਉਹ ਮਹਾਂਪੁਰਖਾਂ ਕੋਲੇ ਆ ਗਈ ਡੇਰੇ ਵਿੱਚ। ਉਹ ਜਦੋਂ ਵੇਖਿਆ ਆਈ ਤਾਂ ਰੋਟੀ ਖਾਣ, ਉਹ ਸੋਟੀ ਜਿਹੀ ਹੁੰਦੀ ਹੈ, ਇੱਕ ਹੱਥ ਨਾਲ ਪਿੱਛੇ ਜਿਹਨੂੰ ਮਾਰੀ ਜਾਊ, ਕੁੱਤਾ ਦੂਰ ਰਵੇ, ਕੋਈ ਕੁੱਤੇ ਕਾਤੇ। ਉਹ ਆਈ ਤਾਂ ਰੋਟੀ ਖਾਣ, ਉਹਨੂੰ ਪ੍ਰਸ਼ਾਦਾ ਛਕਾਇਆ। ਮਹਾਂਪੁਰਖ ਸੰਤ ਬਾਬਾ ਮਹਾਰਾਮ ਸਿੰਘ ਜੀ ਪੁੱਛੋ ਵਾਲੇ, ਜੇ ਬਾਬਾ ਨੰਦ ਸਿੰਘ ਦੇ ਗੁਰੂ ਹੋਏ ਨੇ। ਉਹ ਜਦੋਂ ਦੇਖਿਆ ਪ੍ਰਸ਼ਾਦਾ ਛਕ ਕੇ ਜਾਣ ਲਈ, ਕਹਿੰਦੇ ਇਹਨੂੰ ਬੁਲਾਓ ਰੇ, ਬੀਬੀ ਨੂੰ ਬੁਲਾਇਆ। ਉਹਦੇ ਕੋਲ ਚਵਾਨੀ ਸੀ, 4 ਕਾਨੇ ਸੀ ਉਹਦੇ ਕੋਲੇ, ਉਹਨੇ ਮੱਥਾ ਟੇਕਦਾ। ਪਹਿਲਾਂ ਚੱਲੀ ਸੀ ਵਾਪਸ, ਜਦੋਂ ਮਹਾਂਪੁਰਖਾਂ ਨੇ ਸੱਦ ਲਿਆ, ਥੋੜੇ 4 ਕਾਨੇ ਚਵਾਨੀ ਕੁ ਉਹਦੇ ਕੋਲੇ ਸੀ, 25 ਪੈਸੇ ਹੁੰਦੇ ਜਿਹੜੇ, ਉਹ ਮੱਥਾ ਟੇਕਿਆ। ਕਹਿੰਦੇ ਮਹਾਂਪੁਰਖ ਕਹਿੰਦੇ ਪ੍ਰਸ਼ਾਦਾ ਛਕਿਆ? ਕਹਿੰਦੇ ਹਾਂਜੀ।
ਕਹਿੰਦੇ ਰਾਣੀ ਬਣਾ ਦਈਏ ਤੈਨੂੰ, ਰਾਣੀ ਮੰਗਦੀ ਫਿਰਦੀ ਆ ਤੂੰ। ਉਹ ਚੁੱਪ। ਸਾਰੀ ਸੰਗਤ ਵੀ ਹੈਰਾਨ ਵੀ ਇਹ ਤਾਂ ਮੰਗਤੀ ਹੈ ਇੱਕ। ਤੇ ਮਹਾਂਪੁਰਖ ਕਹਿੰਦੇ ਰਾਣੀ ਬਣਾ ਦਈਏ ਤੈਨੂੰ, ਰਾਣੀ ਬਣਾ ਦਈਏ। ਉਹਨੇ ਕਿਹਾ ਤਾਂ ਕੁਛ ਨਾ, ਉਹਨੇ ਨਮਸਕਾਰ ਕਰ ਗਈ ਹੱਥ ਜੋੜ ਕੇ, ਆ ਵੀ ਕਰ ਦਿਓ ਕਿਰਪਾ ਮਹਾਰਾਜ। ਉਹ ਹੁਣ ਐਸੀ ਕਿਰਪਾ ਹੋਈ, ਉਹ ਉੱਥੋਂ ਕਹਿੰਦੇ ਚੱਲ ਤੇ ਰਾਣੀ ਬਣਾ ਦਿੰਦੇ, ਚੰਗਾ ਫਿਰ ਮਾਰੀ ਗੇੜਾ ਕਿਤੇ ਆਈ ਸਾਡੇ ਕੋਲ। ਉਹ ਸੀਗੀ ਦੂਰ ਦੀ, ਇੱਧਰ ਲਾਹੌਰ ਵੱਲ, ਉਦੋਂ ਹਲੇ ਪਾਕਿਸਤਾਨ ਨਹੀਂ ਸੀ ਬਣਿਆ। ਉਹ ਟ੍ਰੇਨ ਵਿੱਚ ਬਹਿ ਗਈ। ਮਹਾਂਪੁਰਖਾਂ ਨੇ ਬਚਨ ਕੀਤਾ ਸੀ ਕਿ ਤੈਨੂੰ ਰਾਣੀ ਬਣਾ ਦਈਏ। ਉਹਨੇ ਕੋਈ ਚੋਰੀ ਕਰ ਲਈ, ਕਿਸੇ ਜੇਬ ਕੱਟ ਲਈ, ਉੱਦਾਂ ਦੀ ਹੋਈ ਸੀ ਬੀਬੀ, ਉਹ ਪਈ ਹੁੰਦੀਆਂ ਇੱਦਾਂ। ਜਦੋਂ ਉਹਨੇ ਜੇਬ ਕੱਟ ਲਈ, ਉਹ ਫੜੀ ਗਈ, ਪੁਲਿਸ ਨੇ ਫੜ ਲਈ। ਫੜ ਕੇ ਉਹਨੂੰ ਲਾਹੌਰ ਜੇਲ੍ਹ ਵਿੱਚ ਨਜ਼ਰਬੰਦ ਕਰਤਾ ਕਈ ਦਿਨ ਉੱਥੇ। ਤੇ ਪਰ ਉਹਨੂੰ ਯਾਦ ਆਵੇ ਮਹਾਂਪੁਰਖਾਂ ਦੀ ਗੱਲ ਵੀ ਮੈਂ ਚਲੋ ਕੀਤੀ ਤਾਂ ਚੋਰੀ ਆ, ਧੰਦਾ ਹੀ ਮੇਰਾ ਇੱਦਾਂ ਦਾ, ਪਰ ਮਹਾਂਪੁਰਖਾਂ ਨੇ ਕਿਹਾ ਤੈਨੂੰ ਰਾਣੀ ਬਣਾ ਦਿੰਦੇ ਆ। ਇਹ ਕੀ ਹੋਇਆ? ਮੈਨੂੰ ਤਾਂ ਸਜ਼ਾ ਹੋ ਗਈ, ਹੁਣ ਤਾਂ ਛੱਡਣਾ ਹੀ ਨਹੀਂ ਇਹਨਾਂ ਨੇ ਮੈਨੂੰ। ਉਹਦਾ ਕਹਿੰਦੇ ਦਰੋਗਾ ਜਾਂ ਕੋਈ ਅਫਸਰ ਸੀ ਜੇਲ੍ਹ ਦਾ, ਉਹਦਾ ਲੜਕਾ ਸੀ ਇੱਕ ਨੌਜਵਾਨ, ਮੁਸਲਮਾਨ ਸੀ। ਉਹ ਉੱਦਾਂ ਹੀ ਘੁੰਮਦਾ ਘੁੰਮਦਾ ਜੇਲ੍ਹ ਵਿੱਚ ਆ ਗਿਆ। ਜੇਲ੍ਹ ਵਿੱਚ ਆਇਆ ਤੇ ਉਹ ਬੀਬੀ ਬਸਤਰ ਤਾਂ ਕੱਪੜੇ ਤਾਂ ਮਿਲੇ ਚੜੇ ਉੱਦਾਂ ਦੇ ਪਾਏ ਹੋਏ। ਉਹ ਲੜਕੀ ਸੀ ਨੌਜਵਾਨ, ਜਿਹਨੂੰ ਕਿਹਾ ਸੀ ਕਿ ਤੈਨੂੰ ਰਾਣੀ ਬਣਾ ਦਈਏ। ਉਹਦੇ ਤੇ ਨਿਗਾਹ ਪੈ ਗਈ ਉਹਦੀ, ਉਹਨੂੰ ਅੱਛੀ ਲੱਗੀ ਤੇ ਜਾ ਕੇ ਆਪਣੇ ਅੱਬਾ ਨੂੰ ਕਹਿਣ ਲੱਗਾ, ਪਿਤਾ ਨੂੰ ਕਹਿਣ ਲੱਗਾ ਵੀ ਪਿਤਾ ਜੀ ਮੈਂ ਅੱਜ ਫਲਾਨੀ ਬੈਰਕ ਵਿੱਚ ਗਿਆ ਸੀ, ਉੱਥੇ ਇੱਕ ਨੌਜਵਾਨ ਕੁੜੀ ਆ। ਕਹਿੰਦੇ ਆਹੋ ਚੋਰੀ ਕੀਤੀ ਉਹਨੇ ਕਿਤੇ ਗੱਡੀ 'ਚ, ਐਵੇਂ ਸੈਂਸੀਆਂ ਦੀ ਦੱਸਿਆ ਸੀ ਕੁੜੀ, ਸੈਂਸੀਆਂ ਦੀ ਕੁੜੀ ਆ ਉਹ। ਤੇ ਉਹ ਅੱਬਾ ਨੂੰ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਮੈਨੂੰ ਪਤਾ ਨਹੀਂ ਕੀ ਮਨ 'ਚ ਆ ਗਈ ਗੱਲ, ਮੈਂ ਵਿਆਹ ਕਰਾਉਣਾ ਚਾਹੁੰਦਾ ਉਹਦੇ ਨਾਲ। ਉਹਨੇ ਬੜਾ ਸਮਝਾਇਆ ਵੀ ਉਹ ਤਾਂ ਸੈਂਸੀਆਂ ਦੀ ਕੁੜੀ ਆ ਤੇ ਆਪਾਂ ਇਹਦਾ ਚੰਗਾ ਲੱਗਦਾ। ਕਹਿੰਦਾ ਨਹੀਂ ਮੈਂ ਤਾਂ ਉਹਦੇ ਨਾਲ ਕਰਾਉਣਾ ਵਿਆਹ, ਮੇਰੇ ਨਿਕਾਹ ਕਰ ਦਿਓ। ਉਹਨੂੰ ਪੁੱਛਿਆ, ਉਹ ਕੁਛ ਨਾ ਬੋਲੀ। ਉਹਨੂੰ ਹੋਰ ਕੀ ਚਾਹੀਦਾ ਸੀ? ਉਹ ਕਹਿੰਦੇ ਜੇ ਤੂੰ ਨਿਕਾਹ ਕਰਾ ਲਵੇਂ ਮੇਰੇ ਲੜਕੇ ਨਾਲ ਤਾਂ ਤੇਰੀ ਸਾਰੀ ਸਜ਼ਾ ਅਸੀਂ ਖਤਮ ਕਰ ਦਿਆਂਗੇ। ਉਹ ਕਹਿੰਦੀ ਠੀਕ ਆ। ਉਹ ਨਿਕਾਹ ਪੜ੍ਹਾਤਾ, ਉਹਦੇ ਘਰੇ ਚਲੀ ਗਈ। ਉਹ ਜੋ ਰਾਜਿਆਂ ਵਾਲਾ ਮਹਾਰਾਜਿਆਂ ਵਾਲਾ ਜੀਵਨ ਵੇਖਿਆ, ਕੋਠੀ ਮਹਿਲ ਪਾਇਆ ਹੋਇਆ, ਬਸਤਰ ਲਾ ਕੇ ਮਾਰੇ ਪਰੇ, ਸੁੰਦਰ ਬਸਤਰ ਰਾਜਿਆਂ ਮਹਾਰਾਜਿਆਂ ਵਾਲੇ ਪਾ ਲਏ। ਉਹ ਕੀ ਕਰਦੀ ਹੈ, ਜਦੋਂ ਰੋਟੀ ਖਾਣ ਲੱਗਦੀ ਉਹਨੂੰ ਮਹਾਂਪੁਰਖ ਚੇਤੇ ਆ ਜਾਂਦੇ ਆ, ਰੋਣ ਲੱਗ ਜਾਂਦੀ ਆ। ਜਦੋਂ ਗੱਲ ਕਰਦਾ ਤਾਂ ਹੁਣ ਮਹਾਂਪੁਰਖ ਹਰ ਵਕਤ ਚੇਤੇ ਆਈ ਜਾਂਦੇ, ਮੈਂ ਗਈ ਸੀ ਪ੍ਰਸ਼ਾਦਾ ਛਕਣ, ਭਾਵੇਂ ਮੇਰੀ ਕਿਰਿਆ ਮੇਰੀ ਕਿਹੋ ਜਿਹੀ ਸੀ। ਮੈਨੂੰ ਮਹਾਂਪੁਰਖਾਂ ਨੇ ਕਿਹਾ ਸੀ ਕਿ ਤੈਨੂੰ ਅਸੀਂ ਬੇਨਤੀ ਹੈ ਕਿ ਸ਼ਬਦ ਹੈ ਨਮੋ ਸਾਜ ਸਾਜੇ, ਤੂੰ ਤਾਂ ਸਿਰਜਣਹਾਰਾਂ ਦਾ ਵੀ ਵੱਡਾ ਸਿਰਜਣਹਾਰ ਹੈ, ਤਾਂ ਨਮਸਕਾਰ ਹੈ ਤੈਨੂੰ। ਬਹੁਤ ਰੋਵੇ। ਉਹ ਪੁੱਛੇ ਉਹਨੂੰ, ਦੱਸੇ ਕੁਛ ਨਾ। ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਉਹਨੇ ਕਿਹਾ ਵੀ ਪਤਾ ਨਹੀਂ ਕੀ ਗੱਲ ਹੈ, ਮੈਂ ਤਾਂ ਕਦੇ ਕੁਛ ਕਿਹਾ ਨਹੀਂ, ਇਹ ਗੱਲਬਾਤ ਨਹੀਂ ਕਰਦੀ, ਏਦਾਂ ਰੋਂਦੀ ਰਹਿੰਦੀ। ਸਾਰਿਆਂ ਨੇ ਬਹੁਤ ਜੜ ਪ੍ਰੇਮ ਨਾਲ, ਬੀਬੀਆਂ ਨੇ ਹੋਰ ਆ ਕੇ ਪੁੱਛਿਆ ਵੀ ਬੇਟਾ ਰਾਜੇ ਤੈਨੂੰ ਕੀ ਗੱਲ? ਕਹਿੰਦੀ ਮੈਨੂੰ ਕੋਈ ਗੱਲ ਨਹੀਂ, ਮੇਰਾ ਜੀਅ ਕਰਦਾ, ਪੁੱਛੋ ਹੈ ਬਠਿੰਡੇ ਕੋਲ ਮਹਾਂਪੁਰਖ ਸੰਤ, ਉਹਨਾਂ ਨੂੰ ਮਿਲਣਾ ਇੱਕ ਵਾਰੀ, ਮੈਨੂੰ ਮਿਲਾ ਦਿਓ ਇੱਕ ਵਾਰੀ ਤਾਂ ਮੈਂ ਠੀਕ ਹੋ ਜਾਣਾ। ਉਹ ਕਹਿੰਦੇ ਚਲੋ ਲੈ ਗਏ। ਉੱਥੇ ਜਦੋਂ ਲੈ ਗਏ ਜਾ ਕੇ ਚਰਨਾਂ ਤੇ ਡਿੱਗ ਪਈ ਮਹਾਂਪੁਰਖਾਂ ਦੇ, ਰੋ ਰੋ ਕੇ ਚਰਨ ਧੋ ਦਿੱਤੇ। ਮਹਾਂਪੁਰਖ ਕੀ ਹੋਇਆ? ਸੇਵਾਦਾਰ ਕਹਿੰਦੇ ਬਾਬਾ ਜੀ ਉਹ ਹੈ ਲੜਕੀ ਜਿਹਨੂੰ ਤੁਸੀਂ ਕਿਹਾ ਰਾਣੀ ਬਣਾ ਦੀ। ਅੱਛਾ ਇਹ ਉਹ ਹੈ? ਉਹ ਤੂੰ ਰਾਣੀ ਬਣ ਗਈ ਹੁਣ? ਸੁੰਦਰ ਕੱਪੜੇ ਪਾਏ ਨਾਲ ਸਾਰਾ, ਉਹ ਸਾਰਾ ਕੁਝ ਦੱਸਿਆ। ਕਹਿੰਦੇ ਏਦਾਂ 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 ਹੋਇਆ। ਕਹਿੰਦੇ ਕੋਈ ਨਾ, ਚਲੋ ਗੁਰੂ ਸਾਹਿਬ ਨੇ ਇਹਦੇ ਤੇ ਕਿਰਪਾ ਕਰ। ਜਾ ਕਹਿੰਦੇ ਇੱਥੇ ਆਇਆ ਕਰੋ, ਨਾਮ ਜਪੋ, ਬਾਣੀ ਪੜ੍ਹੋ, ਅੱਲਾ ਅੱਲਾ ਖੁਦਾ ਖੁਦਾ ਦੀਆਂ ਕਲਮਾਂ ਪੜ੍ਹਿਆ ਕਰੋ, ਆਪਣੇ ਜਨਮ ਨੂੰ ਸਫਲਾ ਕਰਨਾ ਕਰੋ। ਖੇਡਾਂ ਦੇ ਭਜਨ ਕਰਕੇ ਬੜਾ ਸਮਝਾ ਕੇ ਪਿਆਰ ਦੇ ਕੇ ਮਹਾਂਪੁਰਖਾਂ ਨੇ ਮਾਇਆ ਦਿੱਤੀ, ਕੱਪੜੇ ਦਿੱਤੇ, ਉਹਨੂੰ ਪ੍ਰਸ਼ਾਦ ਦੇ ਕੇ ਤਾਂ ਕਹਿੰਦੇ ਵਿਰਾਗ ਨਹੀਂ ਕਰਨਾ, ਤੇਰੇ ਪਿੱਛੇ ਕਰਮਾਂ ਵਿੱਚ ਲਿਖਿਆ ਹੋਇਆ ਸੀ। ਅਸੀਂ ਉਹ ਸਮਾਂ ਸਾਨੂੰ ਪਤਾ ਸੀ, ਅਸੀਂ ਤੈਨੂੰ ਦੱਸ ਦਿੱਤਾ। ਉਹ ਫਿਰ ਕੁਛ ਸਾਡੇ ਕਹਿਣ ਦਾ ਲਾ ਲਓ, ਪਰਮੇਸ਼ਰ ਦੀ ਨੀਅਤ ਲਾ ਲਓ। ਹੁਣ ਤੇਰੇ ਤੇ ਤੂੰ ਛੱਡ ਖੜਾ ਚੋਰੀ ਕਰਨਾ ਸਾਰਾ ਕੁਝ, ਤੈਨੂੰ ਕਿਹਾ ਰਾਣੀ ਬਣਾ ਦਿਆਂਗੇ, ਬਣ ਗਈ ਨਾ ਰਾਣੀ। ਫਿਰ ਤੂੰ ਨਾਲੇ ਮਹਾਂਪੁਰਖ ਹੱਸਣ ਲੱਗ ਗਏ। ਤਾਂ ਉਹ ਸਾਜਣ ਲੱਗਾ, ਦੇਖਦਾ ਨਹੀਂ
ਕਿਰਪਾ ਕਰਦਾ। ਨਮੋ ਸ਼ਾਹ ਸ਼ਾਹੇ, ਉਹ ਤਾਂ ਇਹ ਵਾਹਿਗੁਰੂ ਤੁਸੀਂ ਤਾਂ ਸ਼ਾਹਾਂ ਦਾ ਵੀ ਸ਼ਾਹ ਹੋ ਤੁਸੀਂ, ਤਾਂ ਕਰਕੇ ਤੁਹਾਨੂੰ ਸਾਡੀ ਨਮਸਕਾਰ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਖੜੇ, ਸਰੋਵਰ ਦੀ ਕਾਰ ਸੇਵਾ ਹੁੰਦੀ, ਇੱਕ ਘੁੰਗਣੀਆਂ ਵੇਚਦਾ, ਇੱਕ ਤਾਂ ਮਹਾਰਾਜ ਆਪ ਵੇਚਦੇ ਰਹੇ ਨਾ ਘੁੰਗਣੀਆਂ, ਉਹ ਗੁਰੂ ਰਾਮਦਾਸ ਵੇਲੇ ਦੀ ਗੱਲ ਹੈ। ਨੌਜਵਾਨ ਘੁੰਗਣੀਆਂ ਵੇਚਦਾ ਤੇ ਉਹ ਸਾਰੀਆਂ ਘੁੰਗਣੀਆਂ ਖਰੀਦ ਲਈਆਂ। ਸਤਿਗੁਰੂ ਜੀ ਨੇ ਕੁਛ ਮਾਇਆ ਲੈ ਲਈ ਜਿਹੜੀ ਉਹਦੇ ਕੋਲ ਸੀ, ਛਕਾਤੀਆਂ ਸਿੱਖਾਂ ਨੂੰ ਸਾਰੀਆਂ। ਉਹ ਦੂਸਰੇ ਦਿਨ ਆਇਆ, ਫਿਰ ਇੱਦਾਂ ਹੀ ਹੋਇਆ। ਤੀਸਰੇ ਦਿਨ ਫਿਰ ਇੱਦਾਂ ਹੀ ਹੋਇਆ। ਤੀਏ ਦਿਨ ਉਹ ਬਰਾਕ ਕੀਤਾ ਬਹੁਤ ਉਹਨੇ। ਸਤਿਗੁਰੂ ਜੀ ਕਹਿਣ ਲੱਗੇ, ਕੰਜਾਂ ਇਤਿਹਾਸਕਾਰਾਂ ਨੇ ਤਾਂ ਉਹ ਦੱਸਿਆ ਵੀ ਘੁੰਗਣੀਆਂ ਜਿਹੜੀਆਂ ਮਹਾਰਾਜ ਛਕਾ ਦਿੰਦੇ ਸੀ ਸੰਗਤ ਨੂੰ, ਕੰਜਾਂ ਨੇ ਕਿਹਾ ਵੀ ਉਹਦੇ ਵੇਚੀਆਂ ਹੋਈਆਂ ਘੁੰਗਣੀਆਂ ਦੀ ਮਾਇਆ ਲੈ ਲੈਂਦੇ ਸੀ ਮਹਾਰਾਜ। ਦੋ ਤਰ੍ਹਾਂ ਦਾ ਇਤਿਹਾਸ, ਵੀ ਮਾਇਆ ਲੈ ਲੈਂਦੇ ਸੀ ਵੀ ਸਾਨੂੰ ਚਾਹੀਦੀ ਹੈ ਮਾਇਆ ਦਿਓ, ਉਹ ਫਿਰ ਦੇ ਦਿੰਦਾ ਸੀ। ਚਲੋ ਕਿਵੇਂ ਵੀ ਹੋਇਆ, ਆਪਾਂ ਸਿੱਖਿਆ ਲੈਣੀ ਹੈ। ਉਹ ਤੀਸਰੇ ਦਿਨ ਫਿਸ ਗਿਆ, ਜਮਾਂ ਹੀ ਰੋਣ ਲੱਗ ਗਿਆ। ਸਤਿਗੁਰੂ ਕਹਿੰਦੇ ਕੀ ਗੱਲ ਹੋਈ? ਕਹਿੰਦੇ ਮਹਾਰਾਜ ਬਈ ਗੱਲ ਇਹ ਆ ਵੀ 3 ਦਿਨ ਹੋ ਗਏ ਸੇਵਾ ਸਾਰੀ ਮੈਂ ਤੁਹਾਨੂੰ ਅਰਪਣ ਕਰ ਦਿੰਦਾ, ਚੰਗੇ ਭਾਗ ਨੇ, ਪਰ 3 ਦਿਨ ਹੋ ਗਏ ਸਾਡੇ ਘਰੇ ਰੋਟੀ ਨਹੀਂ ਪੱਕੀ। ਮੇਰੀ ਮਾਂ ਇੱਕ ਬੁੱਢੀ, ਉਹ ਉੱਦਾਂ ਹੀ ਭੁੱਖੀ ਨੇ, ਮੈਂ ਹੀ ਇਹ ਗੁਜ਼ਾਰਾ ਕਰ। ਸਤਿਗੁਰੂ ਜੀ ਨੂੰ ਆਪ ਦਾ ਸਾਰਾ ਯਾਦ ਆ ਗਿਆ ਪਿਛਲਾ, ਜਿਹੜੇ ਘੁੰਗਣੀਆਂ ਵੇਚਦੇ ਸੀ ਅਸੀਂ, ਇੱਦਾਂ ਮਾਤਾ ਭੁੱਖੀ ਰਹਿੰਦੀ, ਨਾਨੀ ਭੁੱਖੀ ਰਹਿੰਦੀ ਸੀ। ਸਤਿਗੁਰਾਂ ਦੇ ਨੇਤਰਾਂ 'ਚ ਪਾਣੀ ਆ ਗਿਆ ਸਾਰਾ, ਤੇ ਬੁੱਕਲ 'ਚ ਲੈ ਲਿਆ ਕੁੱਟ ਕੇ, ਸਾਰੀ ਮਾਇਆ ਵਾਪਸ ਕਰ ਦਿੱਤੀ। ਕਹਿੰਦੇ ਤੂੰ ਤਾਂ ਸ਼ਾਹ ਹੈ ਸਾਡਾ, ਤੂੰ ਤਾਂ ਗੁਰੂ ਰਾਮਦਾਸ ਦਾ ਸ਼ਾਹ ਹੈ, ਤੂੰ ਗੁਰੂ ਰਾਮਦਾਸ ਦਾ ਸ਼ਾਹ ਹੈ। ਤੈਨੂੰ ਰਿੱਧੀਆਂ ਸਿੱਧੀਆਂ ਬਖਸ਼ ਦੇਈਆਂ, ਤੇਰੇ ਤੇ ਕਿਰਪਾ ਕਰਤੀ, ਬਖਸ਼ਿਸ਼ ਕਰਤੀ, ਗੁਰੂ ਨਾਨਕ ਸਾਹਿਬ ਦੀ ਮਿਹਰ ਹੋ ਗਈ। ਉਹਨੂੰ ਨਿਹਾਲ ਕਰਕੇ ਭੇਜਿਆ, ਫਿਰ ਬਹੁਤ ਵੱਡਾ ਸ਼ਾਹ ਹੋ ਗਿਆ। ਹੁਣ ਵੀ ਉਹ ਸ਼ਾਹਾਂ ਦੇ ਜਿਹੜੇ ਵੱਜਦੇ ਆ, ਕਹਿੰਦੇ ਉਹਨਾਂ ਦੀ ਅੰਸ਼ ਵਿੱਚੋਂ ਹਨ। ਫਿਰ ਵਾਹਿਗੁਰੂ ਤਾਂ ਆਪ ਵੀ ਵੱਡੇ ਸ਼ਾਹ ਨੇ, ਤੇ ਸ਼ਾਹ ਉਹ ਹੋਰਨਾਂ ਨੂੰ ਬਣਾ ਦਿੰਦੇ ਆ। ਤਾਂ ਕਰਕੇ ਸਤਿਗੁਰੂ ਜੀ ਤੁਹਾਨੂੰ ਅਸੀਂ ਨਮਸਕਾਰ ਕਰਦੇ ਹਾਂ। ਨਮੋ ਮਾਹਾ ਮਾਹੇ, ਮਾਹ ਹੁੰਦਾ ਚੰਦਰਮਾ, ਮਾਹ ਚੰਦਰਮਾ, ਜਿਹੜਾ ਮਾਹ ਹੁੰਦਾ ਮਹੀਨਾ ਚੰਦਰਮਾ ਨਾਲ ਹੀ ਬਦਲੀ ਹੁੰਦਾ। 14 ਵਾਹਿਗੁਰੂ 12 ਰਾਸਾਂ ਹਨ। ਜਦੋਂ ਇੱਕ ਰਾਸ 'ਚੋਂ ਚੰਦਰਮਾ ਦੂਜੀ ਰਾਸ ਵਿੱਚ ਜਾਂਦਾ ਹੈ, ਉਹ ਜਿਹੜੀ ਰਾਤ ਹੁੰਦੀ ਹੈ ਉਹਨੂੰ ਸੰਗਰਾਂਦ ਕਹਿੰਦੇ। ਫਿਰ ਕਿਤੇ ਸੰਗਰਾਂਦ ਦਾ ਸ਼ਬਦ ਆਇਆ, ਵਿਚਾਰ ਕਰਾਂਗੇ। ਇੱਕ ਰਾਸ 'ਚੋਂ ਦੂਸਰੀ ਰਾਸ 'ਚ ਪ੍ਰਵੇਸ਼ ਕਰਦਾ ਚੰਦਰਮਾ, ਉਹ ਫਿਰ ਮਹੀਨਾ ਚੇਂਜ ਹੋ ਜਾਂਦਾ, ਉਹਨੂੰ ਸੰਗਰਾਂਦ ਕਹਿੰਦੇ। ਉਸ ਦਿਨ ਨੂੰ, ਜਿਹੜੇ ਦਿਨ ਚੰਦਰਮਾ ਇੱਕ ਰਾਸ 'ਚੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ। 12 ਰਾਸਾਂ ਹੋਣ ਕਰਕੇ 12 ਹੀ ਮਹੀਨੇ ਬਣੇ ਹਨ। ਇਸ ਕਰਕੇ ਮਾਹ ਦਾ ਅਰਥ ਹੈ ਮਹੀਨਾ, ਮਹੀਨੇ ਦਾ ਅਰਥ ਹੁੰਦਾ ਚੰਦਰਮਾ ਕਰਕੇ ਹੀ ਮਹੀਨਾ ਬਣਿਆ। ਇਸ ਕਰਕੇ ਇਹ ਚੰਦਰਮਿਆਂ ਦੇ ਚੰਦਰਮਾ ਵਾਹਿਗੁਰੂ ਮਹਾਂ, ਤੈਨੂੰ ਸਾਡੀ ਨਮਸਕਾਰ ਹੈ। ਤੁਸੀਂ ਬਹੁਤ ਕਹਿਣ ਦਾ ਭਾਵ ਕਿ ਵੱਡੇ ਹੋ, ਸੋ ਸਮਾਂ ਬਹੁਤ ਹੋ ਗਿਆ, ਇਦੋਂ ਅੱਗੇ ਕੱਲ੍ਹ ਵਿਚਾਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। 67 ਪੌੜੀਆਂ ਤੱਕ ਆਪਾਂ ਵਿਚਾਰ ਕੀਤੀ। ਗੁਰੂ ਕਿਰਪਾ ਕਰੇ, ਉਹਨਾਂ ਭੁੱਲਾਂ ਬਖਸ਼ ਦੇਣੀਆਂ। ਆਪ ਸੁਣੋ, ਹੋਰਨਾਂ ਨੂੰ ਸੁਣਾਓ। ਗੁਰੂ ਕਿਰਪਾ ਕਰੇ। ਨਾਮ ਜਪੋ, ਸੇਵਾ ਕਰੋ, ਸਿਮਰਨ ਕਰੋ। ਅੰਦਰਲੀ ਕੋਈ ਨਾਮ ਜਪ ਕੇ ਅਵਸਥਾ ਬਣਾਈਏ, ਈਰਖਾ ਦਵੈਸ਼ ਤੋਂ ਬਾਹਰ ਨਿਕਲੀਏ, ਫਿਰ ਗੁਰੂ ਸਾਹਿਬ ਦੀ ਕਿਰਪਾ ਹੋਏਗੀ। ਭੁੱਲਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।